ਡੀਡੀ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਵੰਦਨਾ ਖੰਨਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਤੇ ਰੋਜ਼ ਦੀ ਤਰ੍ਹਾਂ ਅਖਬਾਰਾਂ ਦੀਆਂ ਸੁਰਖੀਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਉਹਨਾਂ ਦੀ ਸਮੀਖਿਆ ਕਰਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਲਖਵਿੰਦਰ ਸਿੰਘ ਜੌਲ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜੌਲ ਸਾਹਿਬ, ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਤੁਹਾਡਾ। ਬਹੁਤ ਮਿਹਰਬਾਨੀ ਜੀ। ਤੇ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਮੁਬਾਰਕਾਂ ਦਿੰਦੇ ਹਾਂ ਦੂਰਦਰਸ਼ਨ ਦਿਵਸ ਦੀਆਂ। 15 ਸਤੰਬਰ ਯਾਨੀ ਅੱਜ ਦਾ ਦਿਨ ਜਿਹੜਾ ਦੂਰਦਰਸ਼ਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ। ਜੌਲ ਸਾਹਿਬ, ਇਸ ਦਿਨ ਦੇ ਇਤਿਹਾਸ ਬਾਰੇ, ਪਿਛੋਕੜ ਬਾਰੇ ਜ਼ਰੂਰ ਸਾਨੂੰ ਕੁਝ ਦੱਸੋ। ਦੇਖੋ ਜੀ, ਦੂਰਦਰਸ਼ਨ ਜਿਹਨੂੰ ਅੱਜ ਆਪਾਂ ਦੇਖ ਰਹੇ ਹਾਂ, ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਭਾਰਤ ਵਿੱਚ ਟੈਲੀਵਿਜ਼ਨ ਕਦੋਂ ਆਇਆ, ਉਸ ਭਾਗਾ ਦਿਨ ਅੱਜ ਦਾ ਹੀ ਦਿਨ ਸੀਗਾ ਜੀ, 15 ਸਤੰਬਰ 1959 ਦਾ ਦਿਨ। ਔਰ ਇਹਦੇ ਪਿੱਛੇ ਬਹੁਤ ਲੰਬਾ ਇਤਿਹਾਸ ਹੈ। ਇਸ ਮਤਲਬ ਤਸਵੀਰਾਂ ਨੂੰ ਬੋਲਦੇ ਹੋਏ ਦੇਖਣ ਦਾ ਇਤਿਹਾਸ। ਜੇ ਅਸੀਂ ਬਹੁਤ ਪਿਛੋਕੜ ਵਿੱਚ ਚਲੇ ਜਾਈਏ ਤਾਂ ਜਦੋਂ ਰੇਡੀਓ ਦੀ ਆਮਦ ਹੋ ਗਈ 18ਵੀਂ ਸਦੀ ਦੇ ਵਿੱਚ, ਉਦੋਂ ਤੋਂ ਹੀ ਹਰ ਮਨੁੱਖ ਦੇ ਮਨ ਵਿੱਚ ਇਹ ਜਿਗਿਆਸਾ ਜਾਗਦੀ ਸੀ ਕਿ ਇਹ ਰੇਡੀਓ ਦੇ ਵਿੱਚ ਕੌਣ ਬੋਲ ਰਿਹਾ, ਕਿਹਦੀ ਆਵਾਜ਼ ਆ ਰਹੀ ਹੈ, ਉਹਨੂੰ ਦੇਖਿਆ ਜਾਏ ਜੀ। ਔਰ ਵਿਗਿਆਨੀਆਂ ਨੇ ਇਹਦੇ ਉੱਪਰ ਬਹੁਤ ਹੀ ਜਿਹੜਾ ਉਹ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਰੇਡੀਓ ਤਰੰਗਾਂ ਅਤੇ ਟੈਲੀਫੋਨ ਦੀ ਆਮਦ ਜਿਹੜੀ ਹੈ ਉਹ ਸਾਨੂੰ ਹੋਰ ਮਜਬੂਰ ਕਰਦੀ ਸੀ ਮਨੁੱਖ ਨੂੰ ਕਿ ਉਹ ਇਹਦੇ ਵਿੱਚ ਹੋਰ ਗਹਿਰਾ ਉਤਰੇ ਅਤੇ ਇਸ ਨੂੰ ਅੱਗੇ ਲੈ ਕੇ ਜਾਵੇ ਜੀ। ਅਤੇ ਲਗਭਗ 18ਵੀਂ ਸਦੀ ਤੋਂ ਬਾਅਦ 19ਵੀਂ ਸਦੀ ਦੇ ਅੱਧ ਤੱਕ ਆਉਂਦਿਆਂ 1843 ਜਾਂ 46 ਦੇ ਸਾਲਾਂ ਦੇ ਵਿੱਚ, 3-4 ਸਾਲਾਂ ਦੇ ਵਿੱਚ, ਸਕਾਟਲੈਂਡ ਦੇ ਇੱਕ ਵਿਗਿਆਨੀ ਨੇ ਉਹ ਮਕੈਨੀਕਲੀ ਜਿਹੜਾ ਉਹ ਗ੍ਰਾਫਿਕਸ ਨੂੰ ਜੋੜ ਕੇ ਅਤੇ ਤਸਵੀਰ ਜਿਹੜੀ ਹੈ ਉਹਨੂੰ ਚੱਲਣ ਫਿਰਨ ਲਗਾ ਕੇ ਲੋਕਾਂ ਦੇ ਸਾਹਮਣੇ ਕਰਿਸ਼ਮਾ ਕਰ ਦਿੱਤਾ ਸੀ। ਉਸ ਵਿਗਿਆਨੀ ਦਾ ਜੋ ਨਾਮ ਸੀ ਉਹ ਸੀ ਅਲੈਗਜ਼ੈਂਡਰ ਬੌਨ। ਉਹਨੇ ਜਿਹੜਾ ਉਹ ਜਦੋਂ ਇਹ ਦਿਖਾਇਆ ਅਤੇ ਉਸ ਤੋਂ ਬਾਅਦ ਇਹ ਜਿਗਿਆਸਾ ਹੋਰ ਅੱਗੇ ਚੱਲ ਪਈ ਕਿ ਇਹ ਤਸਵੀਰਾਂ ਬੋਲਣ, ਅਤੇ ਕਿਉਂਕਿ ਉਹ ਇੱਕ ਤਰ੍ਹਾਂ ਨਾਲ ਬਲੈਕ ਐਂਡ ਵਾਈਟ, ਕਾਲੀਆਂ ਚਿੱਟੀਆਂ ਤਸਵੀਰਾਂ ਹੀ ਸੀ ਔਰ ਬਹੁਤ ਛੋਟੀ ਜਿਹੀ ਜਿਹੜੀ ਉਹ ਲੱਭਤ ਸੀ। ਔਰ ਲਗਾਤਾਰ ਲਗਭਗ ਅੱਧੀ ਤੋਂ ਜ਼ਿਆਦਾ ਸਦੀ ਇਸ ਕੰਮ 'ਤੇ ਲੱਗ ਗਈ ਕਿ ਇਹਨਾਂ ਨੂੰ ਫਿਰ ਅੱਗੇ ਕਿਵੇਂ ਵਧਾਇਆ ਜਾਏ। ਅਤੇ 1925 'ਚ ਆ ਕੇ ਇਹ ਮਤਲਬ ਜੋ ਇਤਿਹਾਸ ਦੇ ਵਿੱਚ ਮਿਲਦਾ ਹੈ ਕਿ 1925 ਦੇ ਵਿੱਚ ਆ ਕੇ ਸਕਾਟਲੈਂਡ ਦੇ ਇੱਕ ਪਿੰਡ ਜਿਹੜਾ ਉਹ ਸੈਂਟਾ ਕਰੂਜ਼ ਦੇ ਵਿੱਚ ਇੱਕ ਹੋਰ ਵਿਗਿਆਨੀ ਨੇ ਜਿਹਦਾ ਨਾਂ ਜੌਨ ਵਰਾਈਟ ਸੀਗਾ, ਉਹਨੇ ਜਿਹੜਾ ਇਹ ਲੱਭਤ ਜਿਹੜੀ ਹੈ ਉਹਨੂੰ ਅੱਗੇ ਤੋੜ ਦਿੱਤਾ ਅਤੇ ਉਹਨੇ ਪਿੰਡ ਦੇ ਵਿੱਚ ਹੀ ਕੁਝ ਲੋਕਾਂ ਨੂੰ ਇਕੱਠੇ ਕਰਕੇ ਇਸ ਬੁੱਧੂ ਬਾਕਸ ਨੂੰ ਜਿਹੜਾ ਉਹ ਇਡੀਅਟ ਬਾਕਸ ਨੂੰ ਜਿਹੜਾ ਉਹ ਬੋਲਣ ਲਗਾ ਦਿੱਤਾ। ਔਰ ਇਹ ਕਰਿਸ਼ਮਾ ਹੋਣ ਤੋਂ ਬਾਅਦ ਲਗਾਤਾਰ ਫਿਰ ਜਿਹੜਾ ਇਹਦੇ ਉੱਤੇ ਕੰਮ ਹੁੰਦਾ ਗਿਆ ਔਰ ਫਿਰ ਲਗਭਗ 1930 ਦੇ ਆਸ-ਪਾਸ ਜਿਹੜਾ ਉਹ ਕਾਫੀ ਦੇਸ਼ਾਂ ਦੇ ਵਿੱਚ ਇਹਦੇ ਉੱਤੇ ਕੰਮ ਹੋਇਆ ਔਰ 1953 ਤੱਕ ਆ ਕੇ ਜਿਹੜਾ ਇਹ ਅਸਲ ਦੇ ਵਿੱਚ ਸਾਕਾਰ ਹੋਣਾ ਸ਼ੁਰੂ ਹੋਇਆ ਪੂਰੀ ਤਰ੍ਹਾਂ। ਲੇਕਿਨ ਸੈਕੰਡ ਵਰਲਡ ਵਾਰ ਵੇਲੇ ਤੱਕ ਜਿਹੜਾ ਉਹ ਟੈਲੀਵਿਜ਼ਨ ਦਾ ਬਹੁਤ ਸਾਰਾ ਇਸਤੇਮਾਲ ਜਿਹੜਾ ਉਹ ਕਈ ਦੇਸ਼ਾਂ ਦੇ ਵਿੱਚ ਅਸਲ ਦੇ ਵਿੱਚ ਹੋ ਗਿਆ ਸੀ, ਪਰ ਉਹ ਬਹੁਤ ਸੀਮਤ ਪੱਧਰ ਦਾ ਸੀਗਾ ਜੀ। ਲੇਕਿਨ 1953 ਦੇ ਵਿੱਚ ਜਦੋਂ ਇਹ ਫੋਟੋਆਂ ਜਿਹੜੀਆਂ ਉਹ ਜ਼ਿਆਦਾ ਬੋਲਣ ਲੱਗ ਪਈਆਂ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਸ ਤੋਂ ਬਾਅਦ ਵੀ ਇਹਨੂੰ ਆਪਣੇ ਕੁਦਰਤੀ ਰੰਗਾਂ ਤੱਕ ਆਉਣ ਲਈ 20 ਸਾਲ ਦਾ ਸਮਾਂ ਹੋਰ ਲੱਗਾ ਅਤੇ 1973 ਇਹੋ ਜਿਹਾ ਵਰ੍ਹਾ ਜਦੋਂ ਅਮਰੀਕਾ ਅਤੇ ਇੰਗਲੈਂਡ ਦੇ ਵਿੱਚ ਰੰਗਦਾਰ ਟੀਵੀ ਜਿਹੜੇ ਆ ਉਹ ਆਮ ਪ੍ਰਚਲਿਤ ਹੋਣੇ ਸ਼ੁਰੂ ਹੋ ਗਏ ਜੀ। ਲੇਕਿਨ ਭਾਰਤ ਵਿੱਚ ਜਦੋਂ 1959 ਦੇ ਵਿੱਚ 15 ਸਤੰਬਰ 1959 ਨੂੰ ਇਹ ਬਲੈਕ ਐਂਡ ਵਾਈਟ ਆਇਆ ਟੀਵੀ, ਉਦੋਂ ਦਿੱਲੀ ਦੇ ਇੱਕ ਛੋਟੇ ਜਿਹੇ ਸਟੂਡੀਓ ਦੇ ਵਿੱਚ ਉਹਨੂੰ ਸਟੂਡੀਓ ਦੇ ਕਮਰੇ ਨੂੰ ਜਿਹੜਾ ਉਹ ਸਟੂਡੀਓ ਮੰਨ ਕੇ ਜਿਹੜਾ ਇਹਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਔਰ ਸ਼ੁਰੂ ਦੇ ਵਿੱਚ ਇਹਨੂੰ ਹਫ਼ਤੇ ਦੇ ਵਿੱਚ 2 ਦਿਨ ਜਾਂ ਕਦੇ 3 ਦਿਨ ਜਿਹੜਾ ਉਹ ਇੱਕ ਬੱਚਿਆਂ ਦਾ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕੀਤਾ ਜਾਂਦਾ ਸੀ। ਲੇਕਿਨ ਕਿਉਂਕਿ ਟੈਲੀਵਿਜ਼ਨ ਘਰਾਂ ਦੇ ਵਿੱਚ ਨਹੀਂ ਸੀਗਾ, ਇਸ ਕਰਕੇ ਟੈਕਨੀਕ ਇਹ ਅਪਣਾਈ ਗਈ, ਮਤਲਬ ਤਰੀਕਾ ਇਹ ਅਪਣਾਇਆ ਗਿਆ ਕਿ ਟੈਲੀ ਕਲੱਬਾਂ ਦੀ ਸਥਾਪਨਾ ਕੀਤੀ ਗਈ ਔਰ ਦਿੱਲੀ ਦੇ ਵਿੱਚ ਹੀ ਜਿਹੜਾ ਉਹ 21 ਜਗ੍ਹਾ ਇਸ ਤਰ੍ਹਾਂ ਦੀਆਂ ਮਾਰਕ ਕੀਤੀਆਂ ਗਈਆਂ ਸੀ ਸ਼ੁਰੂ ਦੇ ਵਿੱਚ, ਜਿਹਨੂੰ ਟੈਲੀ ਕਲੱਬਾਂ ਬਣਾ ਕੇ ਉੱਥੇ ਸੈੱਟ ਲਗਾ ਕੇ, ਟੈਲੀਵਿਜ਼ਨ ਸੈੱਟ ਲਗਾ ਕੇ ਲੋਕਾਂ ਨੂੰ ਇਕੱਠੇ ਕਰਕੇ ਇਹਨੂੰ ਦਿਖਾਇਆ ਜਾਂਦਾ ਸੀ। ਔਰ ਫਿਰ ਜਿਹੜਾ ਉਹ ਥੋੜ੍ਹੇ ਜਿਹੇ ਹੋਰ ਅਗਲੇ ਸਾਲਾਂ ਦੇ ਵਿੱਚ ਜਿਹੜਾ ਉਹ ਯੂਨੈਸਕੋ ਦੀ ਮਦਦ ਨਾਲ ਇਹ ਟੈਲੀ ਕਲੱਬਾਂ ਜਿਹੜੀਆਂ ਉਹਨਾਂ ਦੀ ਗਿਣਤੀ ਵਧਾ ਕੇ 82 ਕਰ ਦਿੱਤੀ ਗਈ ਅਤੇ ਦਿੱਲੀ ਤੋਂ ਜਿਹੜਾ ਉਹ ਆਲੇ ਦੁਆਲੇ ਦੇ ਕੁਛ ਪਿੰਡਾਂ ਤੱਕ ਵੀ ਇਹਦਾ ਪਸਾਰ ਕੀਤਾ ਗਿਆ। ਲੇਕਿਨ 1972 ਤੋਂ ਬਾਅਦ ਜਿਹੜਾ ਉਹ ਫਿਰ ਇੱਕ ਤਰ੍ਹਾਂ ਨਾਲ ਭਾਰਤ ਦੇ ਵਿੱਚ ਦੂਰਦਰਸ਼ਨ ਦੀ ਕ੍ਰਾਂਤੀ ਦਾ ਦੌਰ ਜਿਹੜਾ ਉਹ ਸ਼ੁਰੂ ਹੁੰਦਾ, ਜਦੋਂ ਸਭ ਤੋਂ ਪਹਿਲਾਂ ਦਿੱਲੀ ਤੋਂ ਬਾਅਦ ਜਿਹੜਾ ਉਹ ਬੰਬੇ ਦਾ ਸਟੂਡੀਓ ਚਾਲੂ ਹੁੰਦਾ 1973 'ਚ ਉਹ ਚਾਲੂ ਹੋ ਗਿਆ ਔਰ 1973 ਵਿੱਚ ਹੀ ਜਿਹੜਾ ਉਹ ਪੰਜਾਬ ਵਿੱਚ ਵੀ ਇਹਦੀ ਜਿਹੜੀ ਉਹ ਆਹਟ ਸ਼ੁਰੂ ਹੋ ਗਈ ਔਰ ਅੰਮ੍ਰਿਤਸਰ ਜਿਹੜਾ ਉਹ ਦੂਰਦਰਸ਼ਨ ਦੀ ਸਥਾਪਨਾ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ,
ਜਿਹੜਾ 75 ਤੱਕ ਜਿਹੜਾ ਉਹ ਥੋੜ੍ਹਾ ਅੰਸ਼ਕ ਰੂਪ ਦੇ ਵਿੱਚ ਚਾਲੂ ਹੋ ਗਿਆ, ਲੇਕਿਨ ਉਹ ਪ੍ਰੋਗਰਾਮ ਦਿੱਲੀ ਤੋਂ ਬਣ ਕੇ ਅੰਮ੍ਰਿਤਸਰ ਆਉਂਦੇ ਸੀ। ਔਰ ਫਿਰ ਜਿਹੜਾ ਉਹ 75 ਦੇ ਵਿੱਚ ਹੀ ਆਹ ਜਿਹੜਾ ਜਲੰਧਰ ਦੇ ਸਟੂਡੀਓ ਜਿੱਥੇ ਆਪਾਂ ਬੈਠੇ ਹਾਂ, ਇਹਦਾ ਨੀਂਹ ਪੱਥਰ ਵੀ ਰੱਖ ਦਿੱਤਾ ਗਿਆ, ਜਿਹੜਾ ਕਿ 79 ਦੇ ਵਿੱਚ ਚਾਲੂ ਹੋ ਗਿਆ। ਔਰ ਅੰਮ੍ਰਿਤਸਰ ਵਾਲੇ ਸਾਰੇ ਪ੍ਰੋਗਰਾਮ ਬਦਲ ਕੇ ਜਿਹੜੇ ਆ ਉਹ ਇਹਨਾਂ ਸਟੂਡੀਓਜ਼ ਦੇ ਵਿੱਚ ਆ ਗਏ 13 ਅਪ੍ਰੈਲ 1979 ਨੂੰ। ਔਰ ਇਸ ਤਰ੍ਹਾਂ ਕਰਕੇ 1979 ਤੋਂ ਅੱਜ ਤੱਕ ਜੇ ਪੰਜਾਬ ਦੇ ਦੂਰਦਰਸ਼ਨ ਦੀ ਗੱਲ ਕਰੀਏ ਤਾਂ 1959 ਤੋਂ ਅੱਜ ਤੱਕ ਜੇ ਜਿਹੜਾ ਉਹ ਹਿੰਦੁਸਤਾਨ ਭਰ ਦੇ ਵਿੱਚ ਦੂਰਦਰਸ਼ਨ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਰੰਗੀਨ ਤੇ ਸੁਨਹਿਰਾ ਸਫ਼ਰ ਹੈ। ਰੰਗੀਨ ਤੇ ਸੁਨਹਿਰਾ ਮੈਂ ਇਸ ਕਰਕੇ ਕਹਿੰਦਾ ਕਿ ਜਿਵੇਂ ਤਸਵੀਰ ਦੇ ਰੰਗਾਂ ਵਿੱਚ ਵੰਨ-ਸੁਵੰਨਤਾ ਹੁੰਦੀ ਹੈ ਕਿ ਇੱਕ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਬਹੁਤ ਸਾਰੇ ਰੰਗ ਹੁੰਦੇ ਆ, ਇਸੇ ਤਰ੍ਹਾਂ ਹੀ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਵੰਨ-ਸੁਵੰਨਤਾ ਜਿਹੜੀ ਉਹ ਹੈ, ਕਿਉਂਕਿ ਭਾਰਤੀ ਜਿਹੜਾ ਉਹ ਸੱਭਿਆਚਾਰ ਔਰ ਭਾਰਤੀ ਕੌਮ ਜਿਹੜੀ ਹੈ ਉਹ ਮਲਟੀ ਜਿਹੜੀ ਉਹ ਸੱਭਿਆਚਾਰਾਂ ਦਾ ਇੱਕ ਸਮੂਹ ਹੈ। ਇਸ ਕਰਕੇ ਇਹ ਰੰਗ ਜਿਹੜੇ ਟੈਲੀਵਿਜ਼ਨ 'ਤੇ ਸਾਨੂੰ ਦਿਸਦੇ ਰੰਗ ਹੈ, ਇਹ ਅਸਲ ਦੇ ਵਿੱਚ ਭਾਰਤੀ ਸੰਸਕ੍ਰਿਤੀ ਦੇ ਵਿਭਿੰਨ ਰੰਗਾਂ ਦਾ ਹੀ ਸਮੂਹ ਹੈ। ਤੇ ਇਸ ਵੇਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੂਰਦਰਸ਼ਨ ਜਿਹਦਾ ਮਤਲਬ ਅੱਜ ਅਸੀਂ ਜਿਹਨੇ 60 ਸਾਲ ਪੂਰੇ ਕਰ ਲਏ ਨੇ ਔਰ 1959 ਦੇ ਵਿੱਚ ਸ਼ੁਰੂ ਹੋਇਆ, ਇਹਨੇ ਆਪਣੀ ਵੰਨ-ਸੁਵੰਨਤਾ ਜਿਹੜੀ ਹੈ ਉਹ ਬਾਕੀ ਚੈਨਲਾਂ ਦੀ ਭੀੜ ਵਿੱਚ ਵੀ, ਜਿਹੜੀ 90 ਤੋਂ ਬਾਅਦ ਬਹੁਤ ਸਾਰੇ ਚੈਨਲ ਆ ਗਏ, ਲੇਕਿਨ ਚੈਨਲਾਂ ਦੀ ਭੀੜ ਵਿੱਚ ਵੀ ਦੂਰਦਰਸ਼ਨ ਨੇ ਆਪਣੀ ਵੱਖਰਤਾ ਜਿਹੜੀ ਹੈ ਉਹ ਬਣਾ ਕੇ ਰੱਖੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ। ਇਹ ਇਹੋ ਜਿਹੀ ਹੀਰ ਹੈ ਜਿਹੜੀ ਹਜ਼ਾਰਾਂ ਚੱਲ ਰਹੇ ਟੈਲੀਵਿਜ਼ਨ ਚੈਨਲਾਂ ਵਿੱਚੋਂ ਸਭ ਤੋਂ ਵੱਖਰੀ ਹੈ, ਜਿਹਦਾ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ। ਜੀ ਬਿਲਕੁਲ, ਇਸ ਦੇ ਨਾਲ ਹੀ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਵਧਾਈ ਦਿੰਦੇ ਹਾਂ, ਕਿਉਂਕਿ ਇੱਕ ਗੂੜਾ ਰੰਗ ਹੈ ਦਰਸ਼ਕ ਵੀ ਸਾਡੇ ਇਸ ਦੂਰਦਰਸ਼ਨ ਦਾ। ਸੰਸਦ 'ਚ ਕੱਲ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਭਾਰਤ ਚੀਨ ਤਣਾਅ ਦੇ ਬਾਰੇ ਕਿਹਾ ਕਿ ਭਾਰਤ ਜਿਹੜੀ ਹੈ ਜਨਤਾ ਜਿਹੜੀ ਹੈ ਭਾਰਤ ਦੀ ਉਹ ਫੌਜ ਦੇ ਨਾਲ ਹੈ। ਇਸ ਬਾਰੇ ਤੁਸੀਂ ਕੀ ਕਹੋਗੇ? ਅਸਲ ਵਿੱਚ ਕੱਲ੍ਹ ਹੀ ਜਿਹੜਾ ਉਹ ਸਮਾਗਮ ਸ਼ੁਰੂ ਹੋਇਆ ਲੋਕ ਸਭਾ ਦਾ, ਰਾਜ ਸਭਾ ਦਾ, ਪਾਰਲੀਮੈਂਟ ਦਾ, ਔਰ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ, ਕਿਉਂਕਿ ਇਹ ਸਮਾਗਮ ਜਿਹੜਾ ਹੈ ਆਪਣੇ ਆਪ ਦੇ ਵਿੱਚ ਵੱਖਰੀ ਤਰ੍ਹਾਂ ਦਾ ਸਮਾਗਮ ਹੈ, ਕਿਉਂਕਿ ਇਸ ਦੌਰ ਦੇ ਵਿੱਚ ਹੋ ਰਿਹਾ ਜਦੋਂ ਜਿਹੜਾ ਉਹ ਸੋਸ਼ਲ ਡਿਸਟੈਂਸਿੰਗ ਦਾ ਮਸਲਾ ਸਭ ਤੋਂ ਵੱਡਾ ਹੈ, ਕਰੋਨਾ ਦੀ ਬਿਮਾਰੀ ਫੈਲਣ ਦਾ ਖਤਰਾ ਸਭ ਤੋਂ ਵੱਡਾ ਹੈ। ਔਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੱਲ੍ਹ ਜਿਹੜਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਦੋਂ ਉਹ ਪਾਰਲੀਮੈਂਟ ਦੇ ਸੈਸ਼ਨ ਲਈ ਜਾਣ ਹੀ ਵਾਲੇ ਸੀਗੇ, ਉਹਨਾਂ ਨੇ 2-3 ਬਹੁਤ ਹੀ ਮਹੱਤਵਪੂਰਨ ਗੱਲਾਂ ਕਹੀਆਂ। ਇੱਕ ਤਾਂ ਇਹ ਕਿ ਇਸ ਵੇਲੇ ਸਭ ਤੋਂ ਵੱਡਾ ਖਤਰਾ ਜਿਹੜਾ ਉਹ ਬਿਮਾਰੀ ਦਾ ਖਤਰਾ, ਦੂਸਰਾ ਇਹ ਹੈ ਕਿ ਭਾਰਤ ਦੀਆਂ ਸਰਹੱਦਾਂ ਉੱਤੇ ਤਣਾਅ ਜਿਹੜਾ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ, ਔਰ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਉਹ ਖਤਰਾ ਉਹ ਚੀਨ ਵਾਲੇ ਪਾਸੇ ਤੋਂ ਪੈਦਾ ਹੋ ਰਿਹਾ, ਕਿਉਂਕਿ ਬਾਰ-ਬਾਰ ਚੀਨ ਜਿਹੜਾ ਉਹ ਇਹੋ ਜਿਹੀਆਂ ਹਰਕਤਾਂ ਕਰ ਰਿਹਾ। ਤੇ ਪ੍ਰਧਾਨ ਮੰਤਰੀ ਮੋਦੀ ਨੇ ਜਿੱਥੇ ਜਿਹੜਾ ਉਹ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਨੂੰ ਕੱਲ੍ਹ ਇਹ ਅਪੀਲ ਕੀਤੀ ਜਾਣ ਤੋਂ ਪਹਿਲਾਂ ਕਿ ਉਹ ਨਿਯਮਾਂ ਦਾ ਪੂਰਾ ਧਿਆਨ ਰੱਖਣ ਔਰ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਣ, ਉੱਥੇ ਨਾਲ ਹੀ ਇਹ ਸੰਦੇਸ਼ ਵੀ ਦਿੱਤਾ ਕਿ ਜਿਹੜਾ ਇਸ ਵੇਲੇ ਵਾਲਾ ਜਿਹੜਾ ਪਾਰਲੀਮੈਂਟ ਦਾ ਸਮਾਗਮ ਹੈ ਇਹ ਇਕਜੁੱਟਤਾ ਜਿਹੜੀ ਹੈ ਉਹਦੀ ਮੰਗ ਕਰਦਾ, ਔਰ ਉਹ ਇਕਜੁੱਟਤਾ ਜਿਹੜੀ ਹੈ ਉਹਨਾਂ ਨੇ ਕਿਹਾ ਬਹੁਤ ਸੋਹਣੇ ਸ਼ਬਦਾਂ ਵਿੱਚ, ਉਹਨਾਂ ਨੇ ਇਹ ਕਿਹਾ ਕਿ ਪਾਰਲੀਮੈਂਟ ਦੇ ਮੈਂਬਰਾਂ ਦੇ ਜ਼ਰੀਏ ਦੇਸ਼ ਦੀ ਸਮੁੱਚੀ ਜਨਤਾ ਜਿਹੜੀ ਹੈ ਉਹ ਸਰਹੱਦਾਂ ਉੱਤੇ ਤਾਇਨਾਤ ਸਾਡੇ ਜਵਾਨਾਂ ਦੇ ਨਾਲ ਹੈ, ਔਰ ਇਸ ਵੇਲੇ ਇਸ ਤਰ੍ਹਾਂ ਆਪਣੇ ਜਵਾਨਾਂ ਦਾ, ਫੌਜੀ ਵੀਰਾਂ ਦਾ ਹੌਸਲਾ ਵਧਾਉਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਜ਼ਰੂਰੀ ਹੈ ਦੇਸ਼ ਦੀ ਜਨਤਾ ਨੂੰ ਇਹ ਅਪੀਲ ਕਰਨਾ ਕਿ ਉਹ ਸੋਸ਼ਲ ਡਿਸਟੈਂਸਿੰਗ ਨਾਲ ਜਿਹੜਾ ਉਹ ਇਸ ਕਰੋਨਾ ਦੇ ਹਮਲੇ ਤੋਂ ਵੀ ਬਚ ਕੇ ਰਹਿਣ ਔਰ ਸਾਵਧਾਨੀਆਂ ਵਰਤਣ। ਇਸ ਕਰਕੇ ਇਹ ਉਹਨਾਂ ਦਾ ਕੱਲ੍ਹ ਵਾਲਾ ਸੰਦੇਸ਼ ਕਾਫੀ ਮਹੱਤਵਪੂਰਨ ਸੰਦੇਸ਼ ਹੈ। ਜੀ ਬਿਲਕੁਲ, ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਚੱਲਦੇ। ਕੇਂਦਰ ਸਰਕਾਰ ਵੱਲੋਂ 3 ਖੇਤੀ ਆਰਡੀਨੈਂਸਾਂ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਇਸ ਦੇ ਖਿਲਾਫ ਜਿਹੜਾ ਕਿਸਾਨ ਅੰਦੋਲਨ ਹੈ ਉਹ ਹੋਰ ਵੀ ਭਖ ਗਿਆ। ਕਿਸਾਨਾਂ ਨੇ ਜਿੱਥੇ ਚੱਕਾ ਜਾਮ ਦੀ ਗੱਲ ਕੀਤੀ ਹੈ, ਉੱਥੇ ਹੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਦੀ ਵੀ ਗੱਲ ਕੀਤੀ ਹੈ। ਇਸ ਪੂਰੇ ਮਾਮਲੇ ਬਾਰੇ ਵਿਸਤਾਰ 'ਚ ਸਾਨੂੰ ਦੱਸੋ। ਦੇਖੋ, ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ 5 ਜੂਨ ਨੂੰ 3 ਆਰਡੀਨੈਂਸ ਲੈ ਕੇ ਆਉਂਦੇ ਸੀ, ਜਿਹਦੇ ਵਿੱਚ ਤਿੰਨਾਂ ਦਾ ਮੂਲ ਮਕਸਦ ਜਿਹੜਾ ਉਹ ਇਹੀ ਕਿਹਾ ਗਿਆ ਕਿ ਖੇਤੀ ਜਿਣਸਾਂ ਜਿਹੜੀਆਂ ਜਾਂ ਖੇਤੀ ਉਤਪਾਦ ਜਿਹੜੇ ਆ ਉਹਨਾਂ ਦੀ ਸੁਚੱਜੀ ਜਿਹੜੀ ਆ ਉਹ ਸੁਚੱਜਾ ਮੰਡੀਕਰਨ ਕੀਤਾ ਜਾਣਾ ਚਾਹੀਦਾ, ਔਰ ਉਹਨੂੰ ਇੱਕ ਵਿਆਪਕ ਆਧਾਰ ਮੁਹੱਈਆ ਕੀਤਾ ਜਾਣਾ ਚਾਹੀਦਾ। ਦੂਸਰਾ ਇਹ ਹੈ ਕਿ ਲੋਕਲ ਲੈਵਲ 'ਤੇ ਜੋ ਜਿਣਸਾਂ ਜਿਹੜੀਆਂ ਉਹ ਪੈਦਾ ਹੁੰਦੀਆਂ, ਜੇ ਉਹਨਾਂ ਦੀ ਪ੍ਰੋਪਰ ਜਿਹੜੀ ਉਹ ਸਾਂਭ ਸੰਭਾਲ
ਤੇ ਉਹਨਾਂ ਦਾ ਦੂਸਰੀ ਗੱਲ ਕਿ ਸਭ ਤੋਂ ਵੱਡੀ ਜਿਹੜੀ ਹੈ, ਜਿਹੜੀ ਜ਼ਾਹਰਾ ਤੌਰ ਤੇ ਇਹਨਾਂ ਆਰਡੀਨੈਂਸਾਂ ਵਿੱਚ ਨਹੀਂ ਹੈ, ਲੇਕਿਨ ਇਹ ਸਮਝਿਆ ਜਾਂਦਾ ਕਿ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹਦੇ ਲਈ ਇਹ ਵੱਡੀ ਠੇਸ ਪੈਦਾ ਕਰੇਗਾ। ਇਸ ਕਰਕੇ ਵਿਰੋਧੀ ਪਾਰਟੀਆਂ ਵਿੱਚ ਤੇ ਕਿਸਾਨਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਜਿਵੇਂ ਦਾ ਇਹ ਢਾਂਚਾ ਚੱਲ ਰਿਹਾ ਸੀਗਾ ਕਿਸਾਨੀ ਏਜੰਟਾਂ ਦੀ ਸਾਂਭ ਸੰਭਾਲ, ਮੰਡੀਕਰਨ ਤੇ ਉਹਨਾਂ ਦੇ ਉਤਪਾਦਾਂ ਨੂੰ ਅੱਗੇ ਵਧਾਉਣ ਵਾਲਾ, ਉਸ ਸਿਲਸਿਲੇ ਨੂੰ ਇਹਨਾਂ ਆਰਡੀਨੈਂਸਾਂ ਦੇ ਨਾਲ ਕੁਝ ਢਾਹ ਲੱਗ ਜਾਏਗੀ। ਲੇਕਿਨ ਸਰਕਾਰ ਦਾ ਵਰਜਨ ਇਹ ਹੈ ਕਿ ਇਹ ਇਸ ਤਰ੍ਹਾਂ ਨਹੀਂ ਹੋਏਗਾ। ਇਹਦੇ ਨਾਲ ਇਹ ਖੇਤਰ ਹੋਰ ਮੋਕਲਾ ਹੋਏਗਾ, ਹੋਰ ਅੱਗੇ ਵਧੇਗਾ ਔਰ ਕਿਸਾਨਾਂ ਨੂੰ ਮੌਕੇ ਮਿਲਣਗੇ ਕਿ ਉਹ ਦੇਸ਼ ਭਰ ਦੇ ਵਿੱਚ ਆਪਣੀ ਜਿਹੜੀ ਆ ਉਹ ਜਿਣਸ ਵੇਚ ਸਕਣ। ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਗੱਲ ਕੱਲ੍ਹ ਪਾਰਲੀਮੈਂਟ ਦੇ ਵਿੱਚ ਵੱਖ-ਵੱਖ ਮੈਂਬਰਾਂ ਨੇ ਇਸ ਜਿਹੜਾ ਉਹ ਕਾਨੂੰਨ ਦਾ ਵਿਰੋਧ ਕਰਦਿਆਂ, ਬਿੱਲ ਦਾ ਵਿਰੋਧ ਕਰਦਿਆਂ ਕਹੀ ਹੈ, ਉਹ ਇਹ ਕਹੀ ਹੈ ਕਿ ਇਹ ਇੱਕ ਤਰ੍ਹਾਂ ਨਾਲ ਦੇਸ਼ ਦੇ ਫੈਡਰਲ ਢਾਂਚੇ ਦੇ ਵੀ ਵਿਰੋਧ ਵਿੱਚ ਹੈ। ਫੈਡਰਲ ਢਾਂਚੇ ਦੇ ਵਿਰੋਧ ਵਿੱਚ ਉਹਨਾਂ ਨੇ ਇਸ ਕਰਕੇ ਕਿਹਾ ਕਿ ਅਸਲ ਦੇ ਵਿੱਚ ਖੇਤੀਬਾੜੀ ਦਾ ਮਸਲਾ ਜਿਹੜਾ ਹੈ ਉਹ ਸਾਡੇ ਸੰਵਿਧਾਨਕ ਨਿਯਮਾਂ ਅਨੁਸਾਰ ਜਿਹੜਾ ਹੈ ਉਹ ਸਟੇਟਾਂ ਦਾ ਮਸਲਾ ਹੈ, ਸੂਬਿਆਂ ਦਾ ਮਸਲਾ ਹੈ ਕਿ ਸੂਬੇ ਆਪਣੇ ਤੌਰ ਤੇ ਫੈਸਲਾ ਕਰਨ ਕਿ ਕਿਵੇਂ ਜਿਹੜਾ ਉਹ ਖੇਤੀ ਏਜੰਟਾਂ ਦੇ ਵਿਕਾਸ ਲਈ ਔਰ ਉਹਨਾਂ ਨੂੰ ਅੱਗੇ ਵਧਾਉਣ ਲਈ ਤੇ ਉਹਨਾਂ ਦੇ ਮੰਡੀਕਰਨ ਲਈ ਕਿਵੇਂ। ਹਾਲਾਂਕਿ ਪਹਿਲਾਂ ਵੀ ਜਿਹੜਾ ਉਹ ਕੇਂਦਰੀ ਪ੍ਰਾਈਸ ਕਮਿਸ਼ਨ, ਜਿਹੜਾ ਕੀਮਤ ਕਮਿਸ਼ਨ ਜਿਹੜਾ ਉਹੀ ਮੰਡੀ ਦੀਆਂ, ਇਹ ਇੱਕੋ ਇੱਕ ਕਮਾਲ ਦੀ ਗੱਲ ਹੈ ਜਿਹੜੀ ਪਿਛਲੇ ਸਮੇਂ ਤੋਂ, ਕਾਫੀ ਸਮੇਂ ਤੋਂ ਹੋ ਰਹੀ ਹੈ ਕਿ ਕਿਸਾਨਾਂ ਦੀਆਂ ਏਜੰਟਾਂ ਦੀ ਕੀਮਤ ਕਿਸਾਨ ਆਪ ਨਹੀਂ ਤੈਅ ਕਰਦਾ, ਜਦੋਂ ਕਿ ਬਾਕੀ ਸਾਰੇ ਦਾ ਸਾਰਾ ਜੋ ਸਾਡੇ ਦੇਸ਼ ਦਾ ਸਨਅਤੀਕਰਨ ਹੈ ਉੱਥੇ ਹਰ ਜਿਹੜਾ ਉਹ ਪ੍ਰੋਡਕਟ ਬਣਾਉਣ ਵਾਲਾ ਆਪਣੀ ਪ੍ਰੋਡਕਟ ਦੀ ਕੀਮਤ ਤੈਅ ਕਰਦਾ। ਲੇਕਿਨ ਕਿਸਾਨ ਜਿਹੜਾ ਉਹ ਆਪਣੀ ਜਿਣਸ ਦੀ ਕੀਮਤ ਆਪ ਤੈਅ ਨਹੀਂ ਕਰਦਾ। ਇਹ ਲੰਬੇ ਸਮੇਂ ਤੋਂ ਮੰਨਿਆ ਹੋਇਆ ਔਰ ਮੰਨੀ ਜਾ ਰਹੇ ਨੇ ਕਿਸਾਨ ਔਰ ਲਗਾਤਾਰ ਚੱਲ ਰਿਹਾ ਹੈ। ਲੇਕਿਨ ਹੁਣ ਜਦੋਂ ਇਹ ਆਰਡੀਨੈਂਸ ਆ ਗਏ ਨੇ ਤੇ ਇਹਦੇ ਵਿੱਚ ਜਿਹੜਾ ਹੈ ਇਹ ਖਤਰਾ ਹੋਰ ਅੱਗੇ ਵੱਧ ਜਾਂਦਾ ਹੈ ਕਿ ਇਸ ਤੋਂ ਅੱਗੇ ਤੋਰ ਕੇ ਜਿਹੜਾ ਉਹਦੇ ਵਿੱਚ ਵੱਡੀ ਗੱਲ ਕੀ ਹੋਏਗੀ। ਵੱਡੀ ਗੱਲ ਇਹ ਹੋਏਗੀ ਕਿ ਜਿਹੜੀਆਂ ਏਜੰਟਾਂ ਕਿਸਾਨ ਲੋਕਲ ਲੈਵਲ ਤੇ ਵੇਚ ਲੈਂਦਾ ਸੀਗਾ ਔਰ ਉਹਦੇ ਵਿੱਚ ਇੱਕ ਤਾਂ ਆੜਤੀ ਦੀ ਸਮੱਸਿਆ ਜਿਹੜੀ ਉਹ ਆੜਤਪੁਣਾ ਖਤਮ ਹੋ ਜਾਏਗਾ, ਇਹਦੇ ਵਿੱਚੋਂ ਇੱਕ ਤਾਂ ਸਭ ਤੋਂ ਵੱਡਾ ਖਤਰਾ ਇਹ ਹੈ। ਦੂਸਰਾ ਇਹ ਹੈ ਕਿ ਛੋਟਾ ਕਿਸਾਨ ਜਿਹੜਾ ਉਹ ਆਪਣੀ ਜਿਣਸ ਨੂੰ ਦੂਸਰੀਆਂ ਸਟੇਟਾਂ ਤੱਕ ਲਿਜਾ ਕੇ ਵੇਚਣ ਦੇ ਸਮਰੱਥ ਹੀ ਨਹੀਂ ਹੋਏਗਾ, ਕਿਉਂਕਿ ਇੰਨਾ ਕਿਸਾਨ ਖੁਸ਼ਹਾਲ ਨਹੀਂ ਹੈਗਾ ਕਿ ਉਹ ਲੈ ਜਾਏ। ਉਹਦੇ ਨਾਲ ਕੀ ਹੋਏਗਾ ਕਿ ਵੱਡੇ ਕਿਸਾਨ ਜਿਹੜੇ ਨੇ ਉਹ ਫਸਲਾਂ ਨੂੰ ਬਾਹਰ ਲਿਜਾ ਕੇ ਵੇਚ ਸਕਣਗੇ, ਆਪਣਾ ਪੂਰਾ ਮੁੱਲ ਲੈ ਸਕਣਗੇ, ਲੇਕਿਨ ਛੋਟਾ ਕਿਸਾਨ ਜਿਹੜਾ ਉਹ ਲੋਕਲ ਲੈਵਲ ਤੇ ਪਿਸ ਜਾਏਗਾ। ਇਸ ਕਰਕੇ ਇਹਦਾ ਵਿਰੋਧ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਔਰ ਕੱਲ੍ਹ ਵੀ ਜਿਹੜਾ ਉਹ ਵੱਖ-ਵੱਖ ਥਾਵਾਂ ਦੇ ਉੱਤੇ, ਪੰਜਾਬ ਦੇ ਵਿੱਚ ਵੀ, ਹਰਿਆਣੇ ਵਿੱਚ ਵੀ, ਹੋਰ ਥਾਵਾਂ ਤੇ ਵੀ ਜਿੱਥੇ ਜਿਹੜੇ ਕਿਸਾਨ ਜਥੇਬੰਦੀਆਂ ਵਰਕ ਕਰ ਰਹੀਆਂ ਉਹਨਾਂ ਨੇ ਕਾਫੀ ਇਹਦਾ ਵਿਰੋਧ ਕੀਤਾ ਔਰ ਪਾਰਲੀਮੈਂਟ ਦੇ ਵਿੱਚ ਵੀ ਵਿਰੋਧ ਹੋਇਆ। ਔਰ ਇਹ ਸਰਕਾਰ ਨੂੰ ਇਹ ਚਾਹੀਦਾ ਜਾਂ ਤਾਂ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਸੋਧਾਂ ਲੈ ਕੇ ਆਵੇ, ਕਿਉਂਕਿ 5 ਜੂਨ ਨੂੰ ਇਹ ਆਰਡੀਨੈਂਸ ਤਾਂ ਜਾਰੀ ਹੋ ਗਏ ਜਿਨ੍ਹਾਂ ਨੇ ਹੁਣ ਕਾਨੂੰਨ ਬਣ ਜਾਣਾ, ਸਰਕਾਰ ਦੀ ਬਹੁਤ ਗਿਣਤੀ ਹੈ, ਇਹਦੇ 'ਚ ਬਹੁਤੀ ਦਿੱਕਤ ਆਉਣੀ ਨਹੀਂ ਹੈ। ਲੇਕਿਨ ਫਿਰ ਵੀ ਨੈਤਿਕ ਤੌਰ ਤੇ ਇਹ ਫਰਜ਼ ਬਣਦਾ ਸਰਕਾਰ ਦਾ ਵੀ ਕਿ ਜੇ ਇਸ ਤਰ੍ਹਾਂ ਦੀ ਰਿਜ਼ੈਂਟਮੈਂਟ ਹੈ, ਇਸ ਤਰ੍ਹਾਂ ਦੇ ਖਦਸ਼ੇ ਨੇ, ਉਹਨਾਂ ਨੂੰ ਦੂਰ ਕੀਤਾ ਜਾਏ ਜਾਂ ਇਹਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਸੋਧਾਂ ਕੀਤੀਆਂ ਜਾਣ ਜਿਹਦੇ ਨਾਲ ਕਿਸਾਨ ਹੋਰ ਜ਼ਿਆਦਾ ਨਾ ਪਿਸਣ। ਕਿਉਂਕਿ ਕਿਸਾਨੀ ਦੀ ਜੋ ਹਾਲਤ ਹੈ, ਕਿਉਂਕਿ ਕਿਸਾਨੀ ਤਾਂ ਆਪਣੀਆਂ ਫਸਲਾਂ ਦੀ ਏਜੰਟਾਂ ਦੀ ਜਿਹੜੀ ਉਹ ਮੁੱਲ ਦੇ ਸਿਰ ਤੇ ਹੀ ਆਪਣਾ ਨਿਰਵਾਹ ਕਰਦੀ ਹੈ। ਜੇ ਉਹ ਨਿਰਵਾਹ ਕਰਨ ਦੇ ਵਿੱਚ ਉਹਨਾਂ ਨੂੰ ਨਵੀਂ ਦਿੱਕਤ ਦਾ ਸਾਹਮਣਾ ਕਰਨਾ ਪਏਗਾ ਤੇ ਇਸ ਦੇਸ਼ ਲਈ ਕੋਈ ਬਹੁਤੀ ਚੰਗੀ ਗੱਲ ਨਹੀਂ ਹੋਏਗੀ। ਜੀ ਬਿਲਕੁਲ, ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ਗੱਲ ਕਰਾਂਗੇ ਹੁਣ ਕਰੋਨਾ ਮਹਾਮਾਰੀ ਦੀ। ਦੁਨੀਆ ਭਰ ਦੇ ਵਿੱਚ ਇੱਕ ਦਿਨ ਯਾਨੀ ਕਿ 24 ਘੰਟਿਆਂ ਦੇ ਵਿੱਚ, ਪਿਛਲੇ 24 ਘੰਟਿਆਂ ਦੇ ਵਿੱਚ 3,07,000 ਜਿਹੜੇ ਨਵੇਂ ਮਾਮਲੇ ਆਏ ਨੇ। ਲਗਾਤਾਰ ਇਹ ਮਾਮਲੇ ਵੱਧਦੇ ਜਾ ਰਹੇ ਨੇ। ਜੋਲ ਸਾਹਿਬ, ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਇਸ ਵੇਲੇ ਕੀ ਹਾਲਾਤ ਨੇ। ਦੇਖੋ, ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਮੁੱਖ ਤੌਰ ਤੇ 3 ਦੇਸ਼ ਨੇ ਜਿਹਦੇ 'ਚ ਅਮਰੀਕਾ, ਬ੍ਰਾਜ਼ੀਲ ਤੇ ਹਿੰਦੁਸਤਾਨ, ਜਿਹੜੇ ਇਸ 3 ਲੱਖ ਦੀ ਗਿਣਤੀ ਵਿੱਚ ਜਿਹੜੇ ਸਭ ਤੋਂ ਵੱਡਾ ਜਿਨ੍ਹਾਂ ਦਾ ਜਿਹੜਾ ਉਹ ਹਿੱਸਾ ਹੈ ਔਰ ਇਹਦੇ 'ਚ ਲਗਭਗ ਤੀਸਰਾ ਹਿੱਸਾ ਜਿਹੜਾ ਉਹ ਤਾਂ ਹਿੰਦੁਸਤਾਨ ਦਾ ਹੀ ਹੈ ਕਿ ਹਿੰਦੁਸਤਾਨ ਦੇ ਵਿੱਚ ਪਿਛਲੇ ਕੁਛ ਹੀ ਦਿਨਾਂ ਦੇ ਵਿੱਚ ਜਿਵੇਂ ਮਤਲਬ ਇਹ ਜਿਹੜਾ 60,000 ਤੋਂ 70,000, 80,000, 90,000 ਜਿਵੇਂ ਕੇਸ ਆ ਰਹੇ ਨੇ, ਮਤਲਬ ਰੋਜ਼ ਦੀ ਰੋਜ਼, ਇਹ ਬੇਹੱਦ ਚਿੰਤਾ ਦਾ ਵਿਸ਼ਾ। ਔਰ ਇਸ ਚਿੰਤਾ ਦੇ ਵਿਸ਼ੇ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਵੇਂ ਸ਼ੁਰੂ ਦੇ ਵਿੱਚ ਜਿਹੜਾ ਉਹ ਸਾਵਧਾਨੀਆਂ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ, ਹੌਲੀ ਹੌਲੀ ਇਹ ਸਾਵਧਾਨੀਆਂ ਤੇ ਜ਼ੋਰ ਦੇਣਾ ਘਟ ਰਿਹਾ। ਉਹਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਲਗਾਤਾਰ ਸਾਡੀ ਪ੍ਰੋਡਕਟਿਵਿਟੀ ਜਿਹੜੀ ਹੈ ਉਹ ਪਿੱਛੇ ਜਾ ਰਹੀ ਹੈ ਔਰ ਹੌਲੀ ਹੌਲੀ ਕੀ ਹੋ ਰਿਹਾ, ਮਤਲਬ ਦੁਨੀਆ ਭਰ ਵਿੱਚ ਹੀ ਇਹ ਹੋ ਰਿਹਾ, ਜਿਹੜਾ ਅਸਲ ਦੇ ਵਿੱਚ ਅਮਰੀਕਾ ਤੋਂ ਹੋਇਆ ਸੀਗਾ ਇਹ ਕੰਮ ਸ਼ੁਰੂ, ਕਿ ਸਿਹਤ ਦੀ ਕਾਸਟ ਉੱਤੇ ਇਕੋਨੋਮੀ ਨੂੰ ਤੁਸੀਂ ਪ੍ਰੈਫਰ
ਕਰ ਰਹੇ ਜੀ। ਹੋ ਕਿ ਜਿੰਨਾ ਚਿਰ ਜਿਹੜਾ, ਕਿਉਂਕਿ ਹਿੰਦੁਸਤਾਨ ਦੀ GDP ਵੀ ਤੁਹਾਨੂੰ ਪਤਾ ਹੈ ਕਿ ਪਿਛਲੇ ਅੰਕੜੇ ਲਗਾਤਾਰ ਥੱਲੇ ਗਏ ਨੇ, ਤੇ ਹੁਣ ਇਹ ਜਿਹੜਾ ਕੁਆਟਰ ਫੇਰ ਪੂਰਾ ਹੋ ਗਿਆ ਜੁਲਾਈ ਅਗਸਤ ਸਤੰਬਰ ਵਾਲਾ, ਇਹਦੇ ਅੰਕੜੇ ਹੋਰ 2 ਦਿਨਾਂ ਨੂੰ ਬਾਹਰ ਆ ਜਾਣੇ ਆ। ਔਰ ਇਹ ਲਗਾਤਾਰ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਪ੍ਰੋਡਕਟਿਵਿਟੀ ਵਧਾਉਣ ਲਈ ਸਮੇਂ ਸਿਰ ਕਦਮ ਨਹੀਂ ਚੁੱਕੇ, ਚਾਹੇ ਉਹ ਅਮਰੀਕਾ ਸੀ, ਚਾਹੇ ਬ੍ਰਾਜ਼ੀਲ ਹੈ, ਚਾਹੇ ਹਿੰਦੁਸਤਾਨ ਹੈ। ਔਰ ਉਹ ਲਗਾਤਾਰ ਕਿਉਂਕਿ ਕਦਮ ਨਹੀਂ ਚੁੱਕੇ ਗਏ ਔਰ ਲਗਾਤਾਰ ਇਸ ਚੀਜ਼ ਨੂੰ ਸਮਝਿਆ ਵੀ ਨਹੀਂ ਗਿਆ, ਕਿਉਂਕਿ ਆਪਣੇ ਆਪ ਦੇ ਵਿੱਚ ਇਹ ਇੱਕ ਨਵੀਂ ਚੀਜ਼ ਸੀ ਤੇ ਇਹਦੇ ਨਾਲ ਲੜਾਈ ਵੀ ਨਵੇਂ ਢੰਗਾਂ ਨਾਲ ਕੀਤੀ, ਕਿਉਂਕਿ ਇਹ ਲੜਾਈ ਕੁਝ ਇਸੇ ਤਰ੍ਹਾਂ ਦੀ ਸੀ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਗੱਡੀ ਚਲਾਉਂਦੇ ਚਲਾਉਂਦੇ ਗੱਡੀ ਸਿੱਖਣੀ, ਕਿਉਂਕਿ ਨਾਲ ਇਹ ਸਾਰਾ ਕੁਝ ਚਲਾ ਰਹੇ ਸੀ ਆਪਾਂ ਤੇ ਨਾਲ ਸਿੱਖ ਰਹੇ ਸੀ ਕਿ ਅਸਲ ਦੇ ਵਿੱਚ ਕੀ ਹੋਣਾ ਚਾਹੀਦਾ, ਕਿਉਂਕਿ ਇਹ ਅਜੇ ਤੱਕ ਤਾਂ ਇਹ ਵੀ ਜਿਹੜਾ ਉਹ ਲਗਾਤਾਰ ਆ ਰਿਹਾ ਕਿ ਵਾਇਰਸ ਹੈ ਜਾਂ ਬੈਕਟੀਰੀਆ ਹੈ, ਮਤਲਬ ਇਹਦੇ ਤੇ ਵੀ ਚਰਚਾ ਹੋ ਰਹੀ ਹੈ। ਔਰ ਦੂਸਰੀ ਗੱਲ ਇਹ ਹੈ ਕਿ ਵੈਕਸੀਨ ਦਾ ਜਿਹੜਾ ਉਹ ਲੜਸਰਾ ਕਿਸੇ ਪਾਸੇ ਲੱਗ ਨਹੀਂ ਰਿਹਾ, ਔਰ ਜਿਨ੍ਹਾਂ ਯੂਨੀਵਰਸਿਟੀਆਂ ਨੇ, ਚਾਹੇ ਉਹ ਆਕਸਫੋਰਡ ਸੀ, ਚਾਹੇ ਰਸ਼ੀਆ ਸੀ, ਚਾਹੇ ਜਰਮਨ ਸੀ, ਚਾਹੇ ਅਮਰੀਕਾ ਆ, ਜਿੱਥੇ ਜਿੱਥੇ ਵੀ ਕੰਮ ਹੋ ਰਿਹਾ ਮਤਲਬ ਸੰਸਥਾਵਾਂ ਦੇ ਵਿੱਚ ਵੈਕਸੀਨ ਬਣਾਉਣ ਵਾਲਾ, ਉਹਦੇ ਨਤੀਜੇ ਜਿਹੜੇ ਆ ਉਹ ਕੁਝ ਖਬਰਾਂ ਆਉਂਦੀਆਂ ਕਿ ਬਹੁਤ ਸਾਰਥਕ ਹੋ ਗਏ, ਹੁਣ ਤੀਸਰੇ ਦੌਰ ਵਿੱਚ ਹੈ, ਹੁਣ ਦੂਸਰੇ ਦੌਰ ਵਿੱਚ ਹੈ, ਲੇਕਿਨ ਆਖਰਕਾਰ ਉਹ ਨਤੀਜੇ ਸਾਰਥਕ ਤੌਰ ਤੇ ਸਾਹਮਣੇ ਨਹੀਂ ਆ ਰਹੇ। ਤੇ ਹੁਣ ਇਹ ਗੱਲਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਕਿ ਇਹ ਵੈਕਸੀਨ ਜਿਹੜੀ ਹੈ ਉਹ 2021 ਦੇ ਸ਼ੁਰੂ ਤੱਕ ਹੀ ਆ ਸਕੇਗੀ, ਉਸ ਤੋਂ ਪਹਿਲਾਂ ਇਹਦੀ ਕੋਈ ਸੰਭਾਵਨਾ ਨਹੀਂ ਹੈਗੀ, ਬਲਕਿ ਕੁਝ ਏਜੰਸੀਆਂ ਤਾਂ ਉਸ ਤੋਂ ਵੀ ਅੱਗੇ ਤੱਕ ਇਹਦੀ ਨਿਸ਼ਾਨਦੇਹੀ ਕਰਦੀਆਂ ਕਿ ਇਹ ਇਸ ਤਰ੍ਹਾਂ ਸੰਭਵ ਨਹੀਂ ਹੋਏਗਾ। ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਤੇ ਲਗਾਤਾਰ ਇਹ ਵੱਧ ਰਹੇ ਹੋਣ ਤੇ ਇਹਦੇ ਵਿੱਚ ਬਹੁਤ ਜ਼ਰੂਰੀ ਹੈ, ਜਿੱਥੇ ਸਰਕਾਰਾਂ ਨੂੰ ਜ਼ਰੂਰੀ ਹੈ ਕਿ ਉਹ ਇਹਦੇ ਲਈ ਕਦਮ ਚੁੱਕਣ ਲਈ ਔਰ ਸਾਵਧਾਨੀਆਂ ਵਰਤਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ, ਉੱਥੇ ਆਮ ਲੋਕਾਂ ਦਾ ਵੀ ਬਹੁਤ ਜ਼ਿਆਦਾ ਫਰਜ਼ ਬਣਦਾ, ਬਹੁਤ ਗੰਭੀਰਤਾ ਨਾਲ ਫਰਜ਼ ਬਣਦਾ ਹੈ ਕਿ ਉਹ ਸੋਸ਼ਲ ਡਿਸਟੈਂਸਿੰਗ ਨੂੰ ਤੇ ਜੋ ਡਾਕਟਰਾਂ ਵੱਲੋਂ ਸੁਜੈਸ਼ਨ ਦਿੱਤੇ ਜਾਂਦੇ ਆ, ਸੁਝਾਅ ਦਿੱਤੇ ਜਾਂਦੇ ਆ, ਉਹਨਾਂ ਨੂੰ ਪੂਰੀ ਤਰ੍ਹਾਂ ਕਬੂਲ ਕਰਕੇ ਅੱਗੇ ਵਧਣ ਦਾ ਯਤਨ ਕਰਨ, ਤਾਂ ਹੀ ਇਸ ਚਿੰਤਾਜਨਕ ਸਥਿਤੀ ਉੱਤੇ ਕਾਬੂ ਪਾਇਆ ਜਾ ਸਕੇਗਾ। ਇਹ ਬਹੁਤ ਦਇਨੀ ਸਥਿਤੀ ਹੈ ਜੀ। ਬਿਲਕੁਲ, ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ਅਗਲੇ ਸੋਮਵਾਰ ਯਾਨੀ 21 ਸਤੰਬਰ ਤੋਂ ਦੇਸ਼ ਦੇ ਵਿੱਚ ਸਕੂਲ ਕਾਲਜ ਜਿਹੜੀ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ। ਕੇਂਦਰੀ ਸਿਹਤ ਰਾਜ ਮੰਤਰੀ ਨੇ ਵੀ ਆਪਣੇ ਟਵਿੱਟਰ ਹੈਂਡਲ ਤੇ ਜਿਹੜੀ ਗਾਈਡਲਾਈਨਸ ਜਾਰੀ ਕੀਤੀਆਂ ਨੇ, ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਹੈ ਉਹ ਸਾਫ਼ ਨਹੀਂ ਹੈਗੀ ਹਾਲੇ ਸਕੂਲ ਕਾਲਜ ਖੋਲ੍ਹਣ ਨੂੰ ਲੈ ਕੇ। ਕੀ ਲੱਗਦਾ ਕਿ ਪੰਜਾਬ ਸਰਕਾਰ ਕੀ ਫੈਸਲਾ ਲਏਗੀ ਇਸ ਮਾਮਲੇ ਤੇ? ਦੇਖੋ, ਕੁਝ ਪੱਕੇ ਤੌਰ ਤੇ ਤਾਂ ਪੰਜਾਬ ਸਰਕਾਰ ਵੀ ਸੋਚ ਕੇ ਕੋਈ ਐਲਾਨ ਕਰਨ ਦੇ ਯੋਗ ਨਹੀਂ ਹੈਗੀ ਇਸ ਵੇਲੇ, ਕਿਉਂਕਿ ਸਥਿਤੀ ਜਿਹੜੀ ਹੱਥਾਂ 'ਚੋਂ ਨਿਕਲਦੀ ਜਾ ਰਹੀ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਉਹ ਜਿੰਨਾ ਪੰਜਾਬ ਦੇ ਵਿੱਚ ਜਿੰਨੇ ਕੇਸ ਲਗਾਤਾਰ ਆ ਰਹੇ ਨੇ ਤੇ ਉਹਨਾਂ ਵਿੱਚੋਂ ਈਵਨ ਇਹ ਵੀ ਡਾਟਾ ਆਇਆ ਕਿ ਪੰਜਾਬ ਦੇ ਵਿੱਚ ਬਾਕੀ ਸਟੇਟਾਂ ਨਾਲੋਂ ਮੌਤ ਦੀ ਦਰ ਵੀ ਜ਼ਿਆਦਾ ਆ। ਤੇ ਦੂਸਰਾ ਇਹ ਹੈ ਕਿ ਜਿੰਨੇ ਲੋਕ ਜਿਹੜੇ ਨੇ ਉਹ ਵੈਂਟੀਲੇਟਰ ਤੇ ਨੇ ਇਸ ਵੇਲੇ, ਜਿਨ੍ਹਾਂ ਨੂੰ ਆਕਸੀਜਨ ਦੀ ਇੱਕਦਮ ਜ਼ਰੂਰਤ ਹੈ, ਉਹਨਾਂ ਦੀ ਗਿਣਤੀ ਵੀ ਇੰਨੀ ਜ਼ਿਆਦਾ ਕਿ ਪੰਜਾਬ ਕੋਲ ਅਸਲ ਵਿੱਚ ਇੰਨਾ ਭੰਡਾਰ ਆਕਸੀਜਨ ਦਾ ਹੈ ਨਹੀਂ। 2 ਦਿਨ ਪਿਛਲੀਆਂ ਖਬਰਾਂ ਤੋਂ ਇਹ ਸੀਗਾ ਕਿ ਗੁਆਂਢੀ ਰਾਜਾਂ ਤੋਂ ਜਿਹੜਾ ਉਹ ਪੰਜਾਬ ਆਕਸੀਜਨ ਲਏਗਾ, ਪਰ ਕੱਲ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਦਾ ਖੰਡਨ ਕੀਤਾ। ਉਹਨਾਂ ਨੇ ਕਿਹਾ ਜੀ ਮੈਨੂੰ ਲੋੜ ਨਹੀਂ ਹੈ ਕਿ ਸਾਡੇ ਕੋਲ ਹੀ ਇੰਨਾ ਭੰਡਾਰ ਹੈਗਾ। ਜਦੋਂ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਆਵੇ ਤੇ ਉਸ ਵੇਲੇ ਇਹ ਬਹੁਤ ਜ਼ਰੂਰੀ ਹੈ ਕਿ ਸਕੂਲ ਕਾਲਜ ਜਿਹੜੇ ਆ ਉਹਨਾਂ ਬਾਰੇ ਜਿਹੜਾ ਉਹ ਫੈਸਲਾ ਲੈਣਾ ਔਰ ਬਹੁਤ ਸਖਤ ਫੈਸਲੇ ਲੈਣ ਦੀ ਜ਼ਰੂਰਤ ਹੈ। ਹਾਲਾਂਕਿ UGC ਨੇ ਔਰ ਕੇਂਦਰੀ ਜਿਹੜੀਆਂ ਉਹ ਏਜੰਸੀਆਂ ਨੇ ਸਕੂਲ ਕਾਲਜ ਖੋਲ੍ਹਣ ਲਈ, ਔਰ ਕੇਂਦਰ ਸਰਕਾਰ ਨੇ ਵੀ, ਸਿੱਖਿਆ ਮੰਤਰੀ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ 21 ਤਰੀਕ ਤੋਂ ਬਾਅਦ ਖੁੱਲ੍ਹਣਾ, ਲੇਕਿਨ ਇਹਦੇ ਅਸਾਰ ਇਸ ਕਰਕੇ ਘੱਟ ਨਜ਼ਰ ਆ ਰਹੇ ਆ ਕਿਉਂਕਿ ਪੰਜਾਬ ਦੀ ਸਥਿਤੀ ਜਿਹੜੀ ਆ ਉਹ ਬਾਕੀ ਸਟੇਟਾਂ ਦੇ ਮੁਕਾਬਲੇ ਤੇ ਕਾਫੀ ਚਿੰਤਾਜਨਕ ਸਥਿਤੀ ਹੈ। ਇਹ ਫੈਸਲਾ ਬਹੁਤ ਸੋਚ ਸਮਝ ਕੇ ਹੀ ਲੈਣਾ ਪਏਗਾ। ਜੀ ਜੋਲ ਸਾਹਿਬ, ਇਸ ਦੇ ਨਾਲ ਹੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦਾ ਸਮਾਂ ਇੱਥੇ ਸਮਾਪਤ ਹੋ ਰਿਹਾ। ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਨੇ, ਸਾਰੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਤੇ ਸਾਡੇ ਮਾਹਿਰ ਮਹਿਮਾਨ ਲਖਵਿੰਦਰ ਸਿੰਘ ਜੋਲ ਨੂੰ ਦਿਓ ਇਜਾਜ਼ਤ। ਧੰਨਵਾਦ।